ਦੁਸ਼ਮਣੀ ਜਿਹੜੀ ਹੈ ਨਸਲਾਂ ਉਜਾੜ ਦਿੰਦੀ ਹੈ। ਜੇ ਕਿਸੇ ਗੈਰ ਨਾਲ ਦੁਸ਼ਮਣੀ ਹੋਵੇ ਤੇ ਬੰਦਾ ਖੁੱਲ ਕੇ ਲੜਦਾ, ਜੇ ਆਪਣੇ ਕਿਸੇ ਨਾਲ ਦੁਸ਼ਮਣੀ ਹੋਵੇ ਉਹ ਵੀ ਕਿਸੇ ਜ਼ਨਾਨੀ ਦੀ ਵਜ੍ਹਾ ਤੋਂ, ਫਿਰ ਤੇ ਬੰਦਾ ਬਿਲਕੁਲ ਖਤਮ ਹੋ ਜਾਂਦਾ ਹੈ। ਜਵਾਨ ਕਹਿੰਦਾ ਅਸੀਂ ਤੇ ਚਾਚੀ ਹੋਰੀ ਇੱਕੋ ਘਰ 'ਚ ਰਹਿੰਦੇ ਆ। ਚਾਚੇ ਨੇ ਪਹਿਲੀ ਜ਼ਨਾਨੀ ਨੂੰ ਤਲਾਕ ਦੇ ਦਿੱਤੀ ਹੈ, ਉਹਦੇ 'ਚ ਇੱਕ ਮੁੰਡਾ ਹੈ। ਅੰਮਾਰੀ ਉਹਨੂੰ ਉਤਨਾ ਹੀ ਪਿਆਰ ਕਰਦੇ ਨੇ ਜਿਤਨਾ ਮੈਨੂੰ ਕਰਦੇ ਨੇ, ਬੜੇ ਹੀ ਪਿਆਰ ਮੁਹੱਬਤ ਹੈ ਸਾਡੇ 'ਚ। ਸਾਨੂੰ ਨਹੀਂ ਸੀ ਪਤਾ ਕਿ ਚਾਚੇ ਨਾਲ ਬਾਹਰ ਕਿਸੇ ਨਾਲ ਇਸ਼ਕ ਲੜਾਇਆ। ਉਹਨੂੰ ਕਾਰ ਲੈਣ ਦਾ, ਜਿਸਲੇ ਕਾਰ ਲੈਂਦਾ ਤੇ ਕਾਰ ਆ ਕੇ ਆਦਰ ਮੈਂ ਇਹਦੇ ਨਾਲ ਨਿਕਾਹ ਕਰ ਲਿਆ। ਅੱਬੇਰਾ ਦੇਖਿਆ ਤੇ ਪਰੇਸ਼ਾਨ ਹੋ ਗਏ, ਕਹਿੰਦੇ ਨੇ ਕਰਮਾ ਲਿਆ ਇਹ ਕੀ ਕੀਤੀ, ਇਹ ਤੇ ਸ਼ਰੀਕਾਂ ਦੀ ਕੁੜੀ ਹੈ। ਕਹਿੰਦਾ ਕੁਝ ਨਹੀਂ ਹੁੰਦਾ, ਮੈਂ ਇਹਨੂੰ ਕੱਢ ਕੇ ਲੈਂਦਾ। ਕਹਿੰਦਾ ਬੜੇ ਪਰੇਸ਼ਾਨ ਹੋਏ, ਉਹ ਹੁਣ ਸਾਡੇ ਘਰ ਪਹੁੰਚ ਆਉਣਗੇ। ਕਹਿੰਦਾ ਹੋਇਆ ਇੰਜੀ ਸ਼ਾਮਾਂ ਦੇ ਟਾਈਮ ਤੇ ਉਹ ਗਲੀ 'ਚ ਆ ਗਏ, ਫਾਇਰਿੰਗ ਕਰਨਾ ਸ਼ੁਰੂ ਹੋ ਗਏ ਸਾਡੇ ਦਰਵਾਜ਼ੇ ਤੇ। ਉਤੋਂ ਗਾਲਾਂ ਕੱਢੀ ਜਾਣ, ਚਾਚਾ ਮੇਰਾ ਕੰਟਰੋਲ ਨਾ ਕਰੇ, ਮੈਂ ਬਾਹਰ ਚੱਲਾਂ। ਅੱਬੇਰਾ ਉਹਨੂੰ ਸਮਝਾਇਆ ਕਿ ਬਹਿ ਜਾ ਆਰਾਮ ਨਾਲ, ਜਿਹੜਾ ਤੂੰ ਕੰਮ ਕੀਤੇ ਆ ਇਹਨੂੰ ਥੋੜਾ ਕੰਟਰੋਲ ਕਰਨ ਦੇ। ਕਹਿੰਦਾ ਚਾਚਾ ਕਾਬੂ ਕੋਣ ਆਇਆ, ਜ਼ਮੀਨਾਂ 'ਚ ਅਸਾਂ ਜਿਹੜਾ ਬੰਦੂਕਾਂ ਦੱਬੀਆਂ ਨੇ, ਉੱਥੋਂ ਜਾ ਕੇ ਜਿਹੜੀ ਟੋਪੇ ਵਾਲੀ ਬੰਦੂਕ ਉਹ ਕੱਢ ਲਿਆਂਦੀ, ਲਿਆ ਕੇ ਛੱਤ ਤੇ ਫਾਇਰਿੰਗ ਕਰਨਾ ਸ਼ੁਰੂ ਹੋ ਗਿਆ। ਨਾਲ ਜ਼ੋਰ ਦੀਆਂ ਗਾਲਾਂ ਕੱਢਣ ਲੱਗ ਪਿਆ। ਅੱਬੇਰਾ ਢੇਰ ਮਨਾ ਕੀਤਾ ਲੇਕਿਨ ਮਨਾ ਕੋਣ ਆਇਆ। ਅੱਬੇਰਾ ਨੂੰ ਮਜਬੂਰਨ ਜਿਹੜਾ ਬੰਦੂਕ ਚੁੱਕਣੀ ਪਈ ਤੇ ਉਹ ਜਿਹੜੇ ਨੇ ਪਿਛਾਂ ਨੱਸ ਗਏ। ਲੇਕਿਨ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਕਿ ਇਹਨਾਂ ਕੋਲ ਇਹ ਵੀ ਜਿਹੜਾ ਟੋਪੇ ਵਾਲੀ ਬੰਦੂਕ ਹੈ। ਹਾਲਾਂਕਿ ਕਾਨੂੰਨ ਬੜਾ ਸਖਤ ਹੋਇਆ, ਲੇਕਿਨ ਕਹਿੰਦਾ ਅੱਬੇਰਾ ਕਿਹਾ ਫਟਾਫਟ ਬੰਦੂਕ ਲਵੋ ਤੇ ਜਾ ਕੇ ਦੱਬ ਕੇ ਆਓ, ਇਹ ਨਾ ਹੋਵੇ ਪੁਲਿਸ ਆ ਜਾਏ ਕਿਸੇ ਸ਼ਿਕਾਇਤ ਕਰ ਦੇਣੀ ਹੈ। ਕਹਿੰਦਾ ਹੋਇਆ ਇੰਜੀ ਪੁਲਿਸ ਜਿਹੜੀ ਆ ਸਾਡੇ ਘਰ ਆ ਗਈ, ਲੇਕਿਨ ਸਾਡੇ ਘਰੋਂ ਕੋਈ ਅਸਲਾ ਬਰਾਮਦ ਕੋਣ ਆਇਆ। ਅੱਗੇ ਪਿੱਛੇ ਵਾਲੀਆਂ ਜਿਹੜੀਆਂ ਛੱਤਾਂ ਨੇ ਉਹਨਾਂ ਤੇ ਨਿਸ਼ਾਨ ਪੈ ਗਏ ਸੀ। ਉਹਨਾਂ ਕਿਹਾ ਕਿਸ ਤਰ੍ਹਾਂ ਪਏ ਨੇ, ਉਹਨਾਂ ਕਿਹਾ ਜੀ ਉਹ ਫਲਾਣੇ ਬੰਦਿਆਂ ਨੇ ਫਾਇਰਿੰਗ ਕੀਤੀ ਹੈ ਉਹਦੇ ਨਾਲ ਪਏ ਨੇ। ਕਹਿੰਦੇ ਪੁਲਿਸ ਨੇ ਬਾਹਰ ਥੋੜੀ ਬਹੁਤ ਇਨਕੁਆਇਰੀ ਕੀਤੀ ਤੇ ਉਹ ਟੁਰ ਗਏ। ਕਹਿੰਦਾ ਉਸ ਤੋਂ ਬਾਅਦ ਚਾਚੇ ਨੇ ਇੰਜ ਕੀਤਾ, ਅਸੀਂ ਤਾਂ ਦੁਸ਼ਮਣੀ ਨਿਭਾਉਂਦੇ ਰਹੇ, ਹਾਲਾਂਕਿ ਸਾਡਾ ਬੰਦਾ ਕੋਈ ਨਹੀਂ ਸੀ ਮਰਿਆ। ਕਹਿੰਦਾ ਚਾਚੇ ਨੇ 1 ਸਾਲ ਉਹਨੂੰ ਰੱਖਿਆ, ਜਿਹੜੀ ਕੌੜੀ ਕੱਢ ਕੇ ਲਿਆਂਦੀ ਸੀ ਉਹਨੂੰ ਤਲਾਕ ਦੇ ਦਿੱਤੀ। ਜਿਸ ਵੇਲੇ ਉਹਨੂੰ ਤਲਾਕ ਦਿੱਤੀ ਕਹਿੰਦੀ ਸਿੱਧੀ ਮੇਰੇ ਅੱਬੇਰਾਂ ਕੋਲ ਆ ਗਈ, ਮੈਂ ਹੁਣ ਕਿੱਧਰ ਜਾਵਾਂ, ਮੈਂ ਤੇ ਪਿਛਾਂ ਵੀ ਨਹੀਂ ਜਾ ਸਕਦੀ, ਜੇ ਮੈਂ ਪਿਛਾਂ ਗਈ ਉਹ ਮੈਨੂੰ ਮਾਰ ਦੇਣਗੇ। ਅਜੇ ਤੱਕ ਮੈਂ ਉਹਨਾਂ ਦਾ ਮੂੰਹ ਨਹੀਂ ਤੱਕਿਆ, 1 ਸਾਲ ਹੋ ਗਿਆ। ਅੱਬੇ ਨੇ ਕਿਹਾ ਤੂੰ ਫਿਕਰ ਨਾ ਕਰ, ਤੂੰ ਸਾਡੇ ਘਰ ਰਹਿ ਉੱਥੇ। ਲੇਕਿਨ ਅੰਮਾਰੀ ਕਹਿੰਦਾ ਰੱਖ ਕੇ ਰਾਜ਼ੀ ਨਹੀਂ ਸੀ। ਚਾਚਾ ਵੀ ਤੇ ਇੱਕੋ ਘਰ 'ਚ ਹੀ ਰਹਿੰਦਾ ਆ। ਕਹਿੰਦਾ ਇੱਕ ਦਿਨ ਇੰਜ ਹੋਇਆ ਸਾਨੂੰ ਪਤਾ ਵੀ ਨਾ ਲੱਗਾ, ਅੱਬੇਰਾ ਚੋਰੀ ਛੁਪੇ ਜਾ ਕੇ ਉਹਦੇ ਨਾਲ ਨਿਕਾਹ ਕਰ ਲਿਆ। ਜਿਸੇ ਨਿਕਾਹ ਕੀਤਾ ਤੇ ਉਹਨੂੰ ਘਰ ਲੈ ਕੇ ਆਏ। ਅੰਮਾਰਾ ਨੂੰ ਪਤਾ ਲੱਗਾ ਤੇ ਅੰਮਾਰਾ ਬੜਾ ਗੁੱਸਾ ਕੀਤਾ, ਫਿਰ ਕੀ ਕੀਤਾ ਸਬਰ ਕਰ ਗਏ। ਜਿਸੇ ਚਾਚੇ ਨੂੰ ਪਤਾ ਲੱਗਾ, ਚਾਚਾ ਕਹਿੰਦਾ ਤੂੰ ਕਿਹੜਾ ਕੰਮ ਕੀਤਾ। ਉਹਨੇ ਕਿਹਾ ਗੱਲ ਸੁਣ, ਹੁਣ ਤੂੰ ਪਹਿਲਾਂ ਤਲਾਕ ਦੇ ਦਿੱਤੀ ਆ, ਹੁਣ ਤੂੰ ਇਹਦੇ ਬਾਰੇ 'ਚ ਕੋਈ ਗੱਲ ਨਾ ਕਰ, ਇਹ ਵਿਚਾਰੀ ਹੁਣ ਜਾਏ ਯਾਰ ਤੇ ਕਿੱਧਰ ਜਾਏ ਯਾਰ। ਕਹਿੰਦਾ ਆਸਤਾ ਆਸਤਾ ਸਾਡੇ ਨਾਲ ਰਹਿਣ ਲੱਗ ਪਈ। ਅੱਬਾਰੀ ਅਕਸਰ ਟਰੈਕਟਰ ਚਲਾਉਣ ਵਾਸਤੇ ਜਾਂਦੇ ਸੀ। ਅੱਬੇਰਾ ਨੂੰ ਬੜਾ ਹੀ ਸ਼ੌਕ ਆਇਆ ਟਰੈਕਟਰ ਚਲਾਉਣ ਦਾ। ਉਹ ਜ਼ਮੀਨਾਂ ਜਿਸ ਵੇਲੇ ਟਰੈਕਟਰ ਚਲਾਉਣ ਜਾਂਦੇ ਸੀ, ਜਿਹੜੀ ਦੂਸਰੀ ਜ਼ਨਾਨੀ ਸੀ ਉਹ ਜਾ ਕੇ ਚਾਚੇ ਦੇ ਕਮਰੇ 'ਚ ਵੜ ਜਾਂਦੀ ਸੀ। ਸਾਨੂੰ ਅਕਸਰ ਸਾਰਿਆਂ ਨੂੰ ਸ਼ੱਕ ਹੁੰਦਾ ਸੀ ਕਿ ਜਿਸ ਵੇਲੇ ਅੱਬਾਰੀ ਘਰ ਨਹੀਂ ਹੁੰਦੇ ਇਹ ਚਾਚੇ ਨਾਲ ਕਮਰੇ 'ਚ ਵੜਦੀ ਹੈ, ਲੇਕਿਨ ਅਸੀਂ ਫੇਰ ਵੀ ਇਗਨੋਰ ਕਰਦੇ ਸਾਂ। ਸਾਡਾ ਨਹੀਂ ਸੀ ਦਿਲ ਕਿ ਸਾਡੀ ਆਪੇ 'ਚ ਕੋਈ ਭੰਡੀ ਖਰਾਬੀ ਹੋਵੇ। ਕਹਿੰਦਾ ਇੱਕ ਦਿਨ ਮੈਂ ਜਿਸ ਵੇਲੇ ਜਾ ਕੇ ਉੱਤੋਂ ਤੱਕਿਆ ਤੇ ਚਾਚਾ ਤੇ ਉਹ ਜਿਹੜੀ ਆਪੇ 'ਚ ਗੇਮਾਂ ਪੇ ਪਾਉਣ। ਕਹਿੰਦਾ ਮੈਂ ਅੱਬੇਰਾ ਨੂੰ ਦੱਸਿਆ ਤੇ ਅੱਬੇ ਹੋਰੀ ਕੁਹਾੜੀ ਲੈ ਕੇ ਚਾਚੇ ਨੂੰ ਪੈ ਗਏ। ਅੱਗੂ ਜਿਹੜਾ ਚਾਚੇ ਦਾ ਮੁੰਡਾ ਉਹ ਅੱਗੇ ਹੋ ਗਿਆ। ਉਹਨੇ ਆਖਿਆ ਖਬਰਦਾਰ ਤਾਇਆ, ਜੇ ਤੂੰ ਅੱਗੇ ਹੋਇਆ ਤੇ ਮੈਂ ਤੇਰੀ ਧੌਣ ਲਾ ਦੇਣੀ ਹੈ। ਕਹਿੰਦਾ ਸਾਡੇ ਚੰਗੀ ਭਲੀ ਲੜਾਈ ਹੋ ਗਈ। ਕਹਿੰਦਾ ਹੋਇਆ ਇੰਜ ਕਿ ਅੱਬਾਰੀ ਟਰੈਕਟਰ ਚਲਾਉਣ ਗਏ ਸੀ ਤੇ ਉੱਥੇ ਟਰੈਕਟਰ ਪੇ ਚਲਾਵਣ ਤੇ ਪਿੱਛੋਂ ਅਚਾਨਕ ਕਿਸੇ ਨੇ ਫਾਇਰ ਕੀਤਾ ਤੇ ਅੱਬੇਰਾਂ ਦੇ ਮੋਢੇ ਤੇ ਲੱਗਾ। ਕਹਿੰਦਾ ਅੱਬਾਰੀ ਐਡੇ ਬਹਾਦਰ ਨੇ, ਟਰੈਕਟਰ ਤੋਂ ਲੈ ਕੇ ਸਾਹਮਣੇ ਦੁਕਾਨ ਆਈ, ਉਹਨੂੰ ਕਹਿੰਦੇ ਨੇ ਯਾਰ ਇੱਕ ਪੈਪਸੀ ਦੀ ਬੋਤਲ ਤੇ ਦੇਈ। ਕਹਿੰਦਾ ਪੈਪਸੀ ਦੀ ਬੋਤਲ ਲੈ ਕੇ ਪੀ ਕੇ ਮੈਨੂੰ ਪਤਾ ਲੱਗਾ ਕਿ ਅੱਬੇਰਾਂ ਨੂੰ ਫਾਇਰ ਲੱਗਿਆ। ਕਹਿੰਦਾ ਮੈਂ ਦੌੜਦਾ ਆਇਆ ਅੱਬੇਰਾਂ ਕੋਲ। ਅੱਬੇਰੀ ਕਹਿੰਦੇ ਪੁੱਤਰ ਤੂੰ ਫਿਕਰ ਨਾ ਕਰ, ਤੂੰ ਇੰਜ ਕਰ ਟਰੈਕਟਰ ਨੂੰ ਘਰ ਲੈ ਜਾ ਤੇ ਮੈਂ ਆਪੂ ਡਾਕਟਰ ਕੋਲ ਟੁਰ ਜਾਣਾ। ਕਹਿੰਦਾ ਤੂੰ ਰਕਸ਼ਾ ਫੜ ਕੇ ਤੇ ਆਪੂ ਜਿਹੜਾ ਡਾਕਟਰ ਕੋਲ ਉੱਥੇ ਟੁਰ ਗਏ। ਕਹਿੰਦਾ ਜਾ ਕੇ ਗੋਲੀ ਸ਼ੋਲੀ ਕਢਾਈ ਤੇ ਭਰਾ ਜਿਹੜਾ ਅੱਬੇਰਾਂ ਦਾ ਉਹ ਵੀ ਉੱਥੇ ਪਹੁੰਚ ਗਿਆ। ਚਾਚਾ ਮੇਰਾ ਕਹਿੰਦਾ ਲਾਲਾ ਇਹ ਤੇਰੇ ਨਾਲ ਕੀ ਬਣਿਆ, ਕਿੰਨੇ ਫਾਇਰ ਕੀਤਾ। ਉਹਨੇ ਆਖਿਆ ਮੈਨੂੰ ਪਤਾ ਜਿਹਨੇ ਕੀਤਾ, ਤੂੰ ਫਿਕਰ ਨਾ ਕਰ। ਕਹਿੰਦਾ ਉਹਨੂੰ ਅੱਬੇਰਾ ਉੱਥੋਂ ਕੱਢ ਦਿੱਤਾ। ਕਹਿੰਦਾ ਉਹ ਵੀ ਗੁੱਸੇ ਨਾਲ ਉੱਥੋਂ ਆ ਗਿਆ। ਸਾਨੂੰ ਇਹ ਸ਼ੱਕ ਸੀ ਕਿ ਚਾਚੇ ਨੇ ਫਾਇਰਿੰਗ ਕੀਤੀ ਹੈ। ਕਹਿੰਦਾ ਜਿਸ ਵੇਲੇ ਘਰ ਆਏ ਅੱਬੇਰੀ ਆ ਕੇ ਦੂਸਰੀ ਜ਼ਨਾਨੀ ਨੂੰ ਆਖਦੇ ਨੇ ਕਿ ਗੱਲ ਸੁਣ, ਤੂੰ ਇਹ ਵੀ ਉਹਦੇ ਮਗਰ ਜਾਨੀ ਹੈ, ਤੂੰ ਕੰਮ ਚੰਗਾ ਨਹੀਂ ਜਿਹੜਾ ਤੂੰ ਕੰਮ ਕਰ ਬੈਠੀ ਹੈ। ਮੈਂ ਤੇ ਤੇਰੀ ਇੱਜ਼ਤ ਬਚਾਈ ਸੀ, ਤੈਨੂੰ ਆਪਣੇ ਘਰ ਰੱਖਿਆ ਸੀ, ਹੁਣ ਤੂੰ ਜਿਹੜਾ ਉਲਟਾ ਕੰਮ ਕਰ ਰਹੀ ਹੈ। ਕਹਿੰਦਾ ਪਰ ਉਹਨੇ ਕੋਈ ਗੱਲ ਨਾ ਸੁਣੀ। ਅੱਬੇਰਾਂ ਕੋਲੋਂ ਉਹਨੇ ਤਲਾਕ ਲੈ ਲਈ। ਕਹਿੰਦਾ ਜਿਸ ਵੇਲੇ ਤਲਾਕ ਲਈ ਚਾਚੇ ਮੇਰੇ ਨੇ ਫੇਰ ਵੀ ਉਹਦੇ ਨਾਲ ਨਿਕਾਹ ਕੋਨਾ ਕੀਤਾ ਤੇ ਘਰ ਵਿੱਚ ਰੱਖੀ। ਜਿਸ ਵੇਲੇ ਚੰਗੀ ਭਲੀ ਭੰਡੀ ਖਰਾਬੀ ਹੋਈ ਤੇ ਪਤਾ ਇਹ ਲੱਗਾ ਕਿ ਅਚਾਨਕ ਅੱਬੇਰਾਂ ਨੂੰ ਫਾਇਰ ਲੱਗ ਗਏ ਤੇ ਅੱਬਾਰੀ ਇਸ ਦੁਨੀਆ ਤੋਂ ਜਾਂਦੇ ਰਹੇ ਨੇ। ਮੈਨੂੰ 100% ਯਕੀਨ ਸੀ ਕਿ ਮੇਰੇ
ਮੇਰੇ ਚਾਚੇ ਦਾ ਕੰਮ ਹੈ। ਕਹਿੰਦਾ ਮੈਂ ਚਾਚੇ ਵੱਲ ਲੈ ਕੇ ਬੰਦੂਕ ਟੁਰ ਪਿਆ, ਅੱਗੂ ਜਾ ਕੇ ਉੱਥੇ ਮੈਂ ਫਾਇਰ ਖੋਲ ਦਿੱਤਾ। ਕਹਿੰਦਾ ਜਿਸਲੇ ਫਾਇਰ ਖੋਲਿਆ ਅੱਗੂ ਚਾਚੇ ਦਾ ਮੁੰਡਾ ਜਿਹੜਾ ਉਹ ਵੀ ਬੰਦੂਕ ਲੈ ਕੇ ਮੇਰੇ ਸਾਹਮਣੇ ਹੋ ਗਿਆ। ਕਹਿੰਦਾ ਚਾਚੇ ਦੇ ਜਿਹੜਾ ਮੁੰਡਾ ਉਹਨੂੰ ਤਾਂ ਨਾ ਫਾਇਰ ਲੱਗਾ, ਚਾਚੇ ਮੇਰੇ ਨੂੰ ਫਾਇਰ ਲੱਗ ਗਿਆ। ਚਾਚਾ ਵੀ ਇਸ ਦੁਨੀਆ ਤੋਂ ਜਾਂਦਾ ਰਿਹਾ। ਕਹਿੰਦਾ ਚਾਚਾ ਵੀ ਜਾਂਦਾ ਰਿਹਾ, ਮੇਰਾ ਅੱਬਾ ਵੀ ਜਾਂਦਾ ਰਿਹਾ। ਕਹਿੰਦਾ ਅੱਗੂ ਅਸੀਂ ਦੋਏ ਰਹਿ ਗਏ, ਅਸੀਂ ਦੋਏ ਆਪੇ ਚੰਗੇ ਭਲੇ ਸ਼ਰੀਕ ਬਣ ਗਏ। ਕਹਿੰਦਾ ਉਹਨੇ ਦੂਸਰੀ ਜਗ੍ਹਾ ਜਾ ਕੇ ਸ਼ਰੀਕਾਂ ਨਾਲ ਬਹਿ ਗਿਆ ਉੱਥੇ ਡੇਰੇ ਤੇ। ਕਹਿੰਦਾ ਮੈਂ ਜਿਸਲੇ ਘਰੋਂ ਨਿਕਲਦਾ ਸਾਂ ਉਲਟੀ ਉਹ ਫਾਇਰਿੰਗ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦਾ ਸਾਡੇ ਤੇ ਇਹ ਪੁਲਿਸ ਕੇਸ ਨਹੀਂ ਸੀ ਹੋਇਆ, ਸਾਨੂੰ ਇਹ ਸੀ ਕਿ ਸ਼ਰੀਕਾਂ ਨੇ ਮਾਰ ਦਿੱਤਾ। ਕਹਿੰਦਾ ਸਾਰਿਆਂ ਨੂੰ ਇਹੀ ਦੱਸਿਆ ਸੀ, ਲੇਕਿਨ ਕਹਿੰਦਾ ਅਸਾਂ ਆਪਾਂ ਇੱਕ ਦੂਜੇ ਦੀਆਂ ਨਸਲਾਂ ਮੁਕਾ ਦਿੱਤੀਆਂ ਸੀ। ਕਹਿੰਦਾ ਹੋਇਆ ਇੰਜ ਕਿ ਜਿਹੜਾ ਮੇਰਾ ਚਾਚੇ ਦਾ ਮੁੰਡਾ ਉਹ ਉਹਨਾਂ ਨਾਲ ਲੱਗਿਆ ਸੀ, ਉਹਨਾਂ ਰਾਮਦਿਆਂ ਨੇ ਇਹ ਸਿਸਟਮ ਕੀਤਾ, ਉਹਨੂੰ ਖੜ ਕੇ ਕਿਧਰੇ ਅੱਗੇ ਪਿੱਛੇ ਤੈਨੂੰ ਫਾਇਰ ਮਰਵਾ ਦਿੱਤਾ। ਉਹ ਵੀ ਇਸ ਦੁਨੀਆ ਤੋਂ ਜਾਂਦਾ ਰਿਹਾ। ਕਹਿੰਦਾ ਰਹਿ ਗਿਆ ਪਿੱਛੇ ਮੈਂ। ਤੇ ਕਹਿੰਦਾ ਮੈਂ ਜਿਸਲੇ ਉਹਨਾਂ ਤੇ ਫਾਇਰਿੰਗ ਕੀਤੀ ਤੇ ਮੈਂ ਉਹਨਾਂ ਦੇ 3 ਬੰਦੇ ਜਿਹੜੇ ਨੇ ਉਹ ਕਤਲ ਕਰ ਦਿੱਤੇ। ਕਹਿੰਦਾ ਮੈਨੂੰ ਅੱਗੋਂ ਪੁਲਿਸ ਫੜ ਕੇ ਲੈ ਗਈ। ਮੈਂ 17 ਸਾਲ ਬਾਅਦ ਜਿਹੜਾ ਜੇਲ੍ਹ ਚੋਂ ਬਾਹਰ ਆਇਆ ਤੇ ਤਾਂ ਮੇਰੀ ਜਾਨ ਛੁੱਟੀ ਹੈ, ਲੇਕਿਨ ਸਾਡੇ ਘਰ 'ਚ ਜਿਹੜਾ ਕੱਖ ਵੀ ਨਹੀਂ ਰਿਹਾ, ਸਭ ਕੁਝ ਜਾਂਦਾ ਰਿਹਾ। ਮੇਰਾ ਚਾਚੇ ਦਾ ਮੁੰਡਾ ਜਾਂਦਾ ਰਿਹਾ, ਚਾਚਾ ਜਾਂਦਾ ਰਿਹਾ, ਮੇਰਾ ਅੱਬਾ ਜਾਂਦਾ ਰਿਹਾ। ਕਹਿੰਦਾ ਸਾਰਾ ਖਾਨਦਾਨ ਸਾਡਾ ਖਤਮ ਹੋ ਗਿਆ ਦੁਸ਼ਮਣੀ ਦੇ ਚੱਕਰਾਂ 'ਚ। ਕਹਿੰਦਾ ਦੁਸ਼ਮਣੀ ਜਿਹੜੀ ਹੈ ਐਡੀ ਗੰਦੀ ਹੈ, ਇਹ ਤੇ ਨਸਲਾਂ ਹੀ ਮੁਕਾ ਦਿੰਦੀ ਹੈ, ਬੰਦਾ ਬਚ ਕੇ ਨਹੀਂ ਰਹਿ ਸਕਦਾ ਇਹਦੇ ਤੋਂ। ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਖਾਸ ਕਰ ਜਿਹੜੀ ਔਰਤ ਹੈ ਉਹਦੇ ਤੋਂ ਕੋਸ਼ਿਸ਼ ਕਰੋ ਕਿ 2 ਫੁੱਟ ਦੂਰ ਰਹੋ, ਇਹ ਨਾ ਹੋਵੇ ਤੁਹਾਡੇ ਕੋਈ ਮਸਲਾ ਬਣੇ। ਬਾਕੀ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾ ਹਾਫਿਜ਼।